ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆ ਵਿੱਚ, ਅਵਤਾਰੀ ਪੁਰਸ਼ਾਂ ਦੀ ਦੁਨੀਆ 'ਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿੱਚ ਬਤੀਤ ਹੋਇਆ। ਅਜੇ 27 ਵਰ੍ਹਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿੱਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੁੰਗਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੁੰਗਣੀਆਂ ਵੇਚ ਕੇ ਆਪਣੀ ਉਪਜੀਵਕਾ ਚਲਾਉਂਦੇ ਸਨ। ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ। ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ, ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਜਾਂ ਡਾਕੂ ਬਣ ਜਾਂਦਾ ਹੈ, ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤੋਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਨੇ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ ਨੇ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ। ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿੱਚ ਹੀ ਆਪ ਅਜੇ ਗਲੀ ਗਲੀ ਦੇ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਂ। ਤਾਂ ਇੱਕ ਸਿਆਣੇ ਨੇ ਕਿਹਾ, ਮਹਾਰਾਜ ਚੂੰਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ ਤਾਂ ਸਤਿਗੁਰ ਕਹਿਣ ਲਗੇ ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। तो आपने भाई जेठा जी ਨੂੰ दामाद बना लिया और गुरु दी संगत, सतसंगियां दा इकट्ठ, इस सब कुछ ने सेवा भाव ਨੂੰ जन्म दिता, प्रेमा भक्ति ਨੂੰ जन्म दिता और हिरदा प्रेम रंग नाल रोज रोज रंगीन लग पिया। दिन प्रति दिन अध्यात्मक मंडल ਦੇ ਵਿੱਚ उन्नति होने लगी। साहिब गुरु अमरदास जी महाराज ने एक दिन गुरु रामदास जी महाराज ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਦ ਦੇ ਵਿੱਚ ਕੁਝ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਝ ਵੀ ਨਹੀਂ ਮੰਗਿਆ, ਮੰਗੋ। तो आपकी बड़ी सुंदर पंक्ति है गुरु ग्रंथ साहब जी महाराज के अंदर, हर प्रभ मेरे बाबला, हर देवो दान मैं दाजो, हर कपड़ देवो, हर शोभा देवो, जित सवरे मेरा काजो। हे मेरे गुरुदेव पिता, जे देना ही है ते हरि नाम दा कपड़ा दियो, हरि नाम दी दौलत दियो, हरि नाम दा साजो समान दियो, ताकि लोक परलोक मेरा सुहेला हो जाए। आप जी दा एक होर भी वाक है, हर के जन सत गुर सत पुरखा, बिनो करो गुर पास, हम कीरे किरम सतगुर सरनाई, कर दया नाम परगास, मेरे मीत गुरुदेव मोको राम नाम परगास। हे मेरे मित्र गुरुदेव पिता, मेरे हिरदे विच राम नाम दा चानना करो, राम नाम दा प्रकाश करो। जे देना है ते राम नाम दी दौलत दे,
ਪ੍ਰਭੂ ਨਾਮ ਦੀ ਦੌਲਤ ਨਾਲ ਮੇਰੇ ਹਿਰਦੇ ਨੂੰ ਫੈਜ਼ਯਾਬ ਕਰੋ। ਸਮਾਂ ਲੰਘਦਾ ਗਿਆ, ਆਪ ਦੀ ਸੇਵਾ ਤੇ ਸਿਮਰਨ ਦੀਆਂ ਰੁਚੀਆਂ ਵੀ ਵੱਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ, ਭਾਈ ਰਾਮਾ ਜੀ, ਤੇ ਦੋਵੇਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਦੋਵੇਂ ਬੱਚੀਆਂ ਵੀ, ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ 'ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਹੈ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ। ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ, ਇੱਕ ਖੂਬਸੂਰਤ ਥੜਾ ਬਣਾਓ, ਅਸੀਂ ਉਸ ਦੇ ਉੱਤੇ ਬੈਠਣਾ ਹੈ, ਬਿਰਾਜਮਾਨ ਹੋਣਾ ਹੈ। ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ, ਬਣਾਓ ਤੁਸੀਂ ਵੀ, ਔਰ ਜਿਸ ਦਾ ਥੜਾ ਖੂਬਸੂਰਤ ਹੋਇਆ, ਚੰਗਾ ਹੋਇਆ, ਸਾਡੇ ਬੈਠਣ ਦੇ ਲਾਇਕ ਹੋਇਆ, ਅਸੀਂ ਫਿਰ ਉਸ ਤੇ ਬੈਠਾਂਗੇ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਟਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ, ਤੂੰ ਥੜਾ ਬਣਾਇਆ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਇਹ ਥੜਾ ਹੈ, ਬਣਾ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ, ਇਹਨੂੰ ਢਾ ਦਿਓ। ਭਾਈ ਰਾਮਾ ਕਹਿਣ ਲੱਗਾ, ਮਿਹਨਤ ਤੇ ਮੈਂ ਬਹੁਤ ਕੀਤੀ, ਢੰਗ ਨਾਲ ਬਣਾਇਆ ਹੈ, ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ, ਸੋ ਆਪ ਦਾ ਹੁਕਮ ਹੈ ਤਾਂ ਹੁਣ ਮੈਂ ਢਾ ਦੇਣਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ, ਢਾ ਦਿਓ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ ਮੈਂ ਭੁੱਲਣਹਾਰ ਜੋ ਹੋਇਆ, ਛੋਟੀ ਮੱਤ ਵਾਲਾ ਜੋ ਹੋਇਆ, ਛੋਟੀ ਸੋਚਣੀ ਜੋ ਸੀ, ਹੁਣ ਹੋਰ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਸੋਚ, ਮੇਰੀ ਮੱਤ ਵਧੇ ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਕ ਥੜਾ ਬਣਾ ਸਕਾਂ। ਵਾਕਈ ਮੈਂ ਆਪ ਜੀ ਦੇ ਬੈਠਣ ਲਾਇਕ ਥੜਾ ਨਹੀਂ ਬਣਾ ਸਕਿਆ, ਮੈਂ ਢਾ ਦੇਣਾ ਪਾਤਸ਼ਾਹ। ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ, ਬੜਾ ਖੁਸ਼ ਸੀ ਭਈ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ ਹੈ, ਸਾਹਿਬਾਂ ਨੂੰ ਪਸੰਦ ਆਏਗਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੀ ਕਹਿ ਦਿੱਤਾ, ਇਹ ਥੜਾ ਨਹੀਂ ਕਿਸੇ ਕੰਮ ਦਾ, ਇਹ ਢਾ ਦਿਓ, ਇਹ ਗਿਰਾ ਦਿਓ। ਭਾਈ ਰਾਮਾ ਜੀ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ, ਅਨਹੋਣੀਆਂ ਗੱਲਾਂ ਕਰਦੇ ਨੇ, ਪਰ ਜਦ ਹੁਣ ਗੁਰੂ ਨੇ, ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਹੈ ਤਾਂ ਢਾ ਦੇਨੇ ਆ। ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ ਹੈ, ਨਿਮੋਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ ਬਣਾਇਆ ਤੇ ਮੈਂ ਬਹੁਤ ਵਧੀਆ, ਬਹੁਤ ਵਧੀਆ, ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ, ਗੁਨਾਹਗਾਰ ਅਪਰਾਧੀ ਕੋਹੀ। हे ਪਾਤਸ਼ਾਹ, ਮੈਂ ਬਾਰ-ਬਾਰ ਭੁੱਲ ਕਰਦਾ, ਤੁਸੀਂ ਬਾਰ-ਬਾਰ ਮੈਨੂੰ ਬਖਸ਼ ਦਿਓ, ਮੈਂ ਬਾਰ-ਬਾਰ ਗਲਤੀ ਕਰਦਾ, ਤੁਸੀਂ ਬਾਰ-ਬਾਰ ਨਜ਼ਰ ਅੰਦਾਜ਼ ਕਰਦੇ ਹੋ, ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਗਿਰਾ ਦੇਣਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨਹੀਂ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਣਾ, ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ।
ਤਾਂ ਇੱਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ ਹੈ। ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਵਿਰਾਜਮਾਨ ਹੋ ਸਕੋ। ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾਂ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲਵਕੜੀ 'ਚ ਲੈ ਲਿਆ। ਆਖਿਆ, ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਹੀ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੋ ਥੜਾ ਬਣ ਗਿਆ। ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ। ਆਇੰਦਾ ਤੋਂ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋਤ ਬਿਰਾਜਮਾਨ ਹੈ। ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ 3-4 ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸ ਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਉਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਮ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਮ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ। ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ, ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਸਥਾਨ ਦਾ ਨਾਮ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ, ਜਿਸ ਦੇਸ ਪਾਵੇ ਇਹ ਜਨਕ ਰਾਜ, ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ। ਤੁਸੀਂ ਤੇ ਪਰਮ ਆਨੰਦ ਦੇ ਚ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਈ, ਅੰਮ੍ਰਿਤ ਛਾੜ ਬਿਖੇ ਬਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਧਾ ਰਾਸਿ ਪ੍ਰੀਤ ਲਗਾ। ਇੱਕ ਉੱਤਮ ਪੰਨ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਧੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਧੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਧੀਰਥ ਦੀ ਸ਼ੋਭਾ ਵਿੱਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੰਕਿਤ ਨੇ। ਡਿੱਠੇ ਸਭੇ ਥਾਂ ਨਹੀਂ ਤੁਧ ਜੇਹਾ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾਂ ਦੇ ਦਰਸ਼ਨ ਕੀਤੇ,
ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਪਰਕਰਮਾਂ ਵਿੱਚ ਬੈਠੇ ਭਜਨੀਕ, ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ। ਸਾਹਿਬਾਂ ਦਾ ਦਰਸ਼ਨ ਕੀਤਾ ਤਾਂ ਆਪ ਦੇ ਮੁਖਾਰਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ। ਆਪ ਕਹਿੰਦੇ ਨੇ, ਰਾਜੇ ਸੁਰ ਇਹਾਂ ਤੋ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਇਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਵਿੱਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ। ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ। ਪਾਨ ਕੀਏ ਵਾਂਕੇ ਹੋਤ ਅਮਰ ਸੋ ਮਰੋਂ ਕੇ, ਜੀਵਨ ਮੁਕਤ ਇਹ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ। ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦ ਕਿ ਉਹ ਕਿਸੇ ਕਿਸੇ ਨੂੰ। ग्वाल कवि योगिन को दुर्लभ कहा है वो, योगी भोगी दोवन को होत इया हर्ष है। उहाँ हरि मंदिर तो इहा हरि मंदिर, या ते गुरुपुर सुरपुर ते सरस है। उत्थे केवल हरि दा मंदिर है बैकुंठ दे च, पर इत्थे हरि दा भी मंदिर है, गुरु दा भी मंदिर है। ते कवि ग्वाल कहंदे ने, अगर मैनू कोई चुनन वास्ते कहे कि तू बैकुंठ नूं चुनना है कि ਅੰਮ੍ਰਿਤਸਰ ਨੂੰ ਚੁਣਨਾ ਹੈ, तो कवि ग्वाल कहते हैं, मैं इस ਅੰਮ੍ਰਿਤਸਰ ਨੂੰ ਚੁਣਾਂਗਾ ਜਿੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਅੰਮ੍ਰਿਤ ਦਾ ਕੁੰਭ ਨਹੀਂ, ਅੰਮ੍ਰਿਤ ਦਾ ਸਰੋਵਰ ਹੈ। ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। तो समग्र संसार ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਦੇ ਵਿੱਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਨਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿੱਚ ਬਹੁਤ ਵੱਡੀ ਪ੍ਰਬਲ ਰੂਪ ਵਿੱਚ ਮੌਜੂਦ ਹੈ। ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਕਿਤਨਾ ਭੇਜਿਆ ਹੋਇਆ ਹੈ। आप कहने ने, मेरे मन प्रेम लगो हर तीर, हमरी बेदन हर प्रभ जाने, मेरे मन अंतर की पीर। प्रेम ते बिरहा, जिस नाल प्रेम है उसका विछोड़ा ते एक बहुत वड्डी पीड़ है। मिले तो बिना चैन मिलना बहुत औखा है, बहुत औखा है। ते महाराज कहते ने, प्रेम दा तीर लगे ते तीर दे लगदियां पीड़ा ते होवेगी। जिस नाल प्रेम है ओदा मिलाप नहीं, विछोड़ा है, तो हिरदा ते तड़पेगा, हिरदा ते बहबल होवेगा। गुरु रामदास जी महाराज दे इस तरह दे अनेकां शब्द रब्बी इश्क नाल भरे होए ने, रब्बी सरूर नाल भरे होए ने, रब्बी मस्ती नाल भरे होए ने। आपने एक होर थां ते बड़े सुंदर ख्याल जगत नूं दिते ने। जद आप दे कोल चोटी दे संगीतकार आए, सितार लैके, मरदंग लैके, ढोलक लैके, होर तरह तरह दे तंती साज लैके, ते साहिबां नूं कहण लगे, असी आप नूं राग नाद दी महफिल सजा के आप नूं राग रंग सुनाना है। सुनो, असी संगीत दे राहीं, रागां दे राहीं परमात्मा दे गीत गाने ने। पर मानसिक बिरतियां जो उन्हां दियां सन, उन्हां नूं वेख के गुरु रामदास जी महाराज कहंदे ने, कब को भाले घूंगर ताला, कब को बजावे रबाब, मेलत चुनत खिन पल चसा लागे, हों तब लग समारों राम। हे रागियो, हे संगीतकारो, जितने चिर तक तुसी सितार सुर दे च करनी है, मरदंग सुर दे च करनी है,
ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਵਿੱਚ ਕਰਨਾ ਹੈ, ਆਪਣੇ ਗਲੇ ਨੂੰ ਸੁਰ ਦੇ ਵਿੱਚ ਕਰਨਾ ਹੈ, ਉਸ ਤੋਂ ਪਹਿਲੇ ਅਸੀਂ ਰਾਮ ਆਖ ਕੇ ਰਾਮ ਨਾਲ ਜੁੜ ਜਾਣਾ ਹੈ। ਦਰਅਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ, ਤੇ ਰਾਮ ਦੀ ਧੁਨੀ ਅਲਾਪਦਿਆਂ ਜੋ ਰਾਮ ਨਾਲ ਜੁੜ ਗਿਆ ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿਤਨੇ ਵੱਡੇ ਪੱਧਰ ਦੇ ਵਿੱਚ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ। ਆਪ ਨਿਮਕ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਗਮਗਾਂਦੀ ਰਹੀ ਔਰ ਜਗਤ ਨੂੰ ਚਾਨਣਾ ਦੇਂਦੀ ਰਹੀ, ਜਗਤ ਨੂੰ ਪ੍ਰਕਾਸ਼ ਦੇਂਦੀ ਰਹੀ, ਜਗਤ ਨੂੰ ਆਨੰਦ ਦੇਂਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ ਔਰ ਬੇਸ਼ਤਰ ਸ਼ਬਦ, ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ 'ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ, ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ ਹੈ, ਆਪ ਸ਼ਿੰਗਾਰਿਆ ਹੈ। तो कुदरती गल है, हर गल पूरी होनी सी ते पूरे का किया सब किछ पूरा घटवत किछ नाही। दरअसल पूर्ण पुरख दा जो कुछ भी कीता होया हुंदा है वो सब कुछ मुकम्मल है, सब कुछ पूर्ण है। अमृतसर दी गलियां दे विच गुरु रामदास जी महाराज दीयां लहरां मौजूद ने। दरबार साहिब दे विच गुरु रामदास जी महाराज दीयां लहरां मौजूद ने। समुची दुनिया तो यात्री जद दरबार साहिब आउंदे ने ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਔਰ ਦੁਨੀਆ ਦਾ ਵਾਹਿਦ ਉਹ ਮੰਦਰ ਹੈ, ਹਰੀ ਮੰਦਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ ਹੈ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼ ਜਗਤ ਦੇ ਵਿੱਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ कि हिरदे दी शुद्धि तो बिना जितने भी कर्म ने फिजूल ने। दरअसल शुभ कर्म एक चंगा बीज है, पर शुद्ध हिरदा एक चंगी धरती है। ते चंगे बीज नो जितने चिर तक चंगी धरती दी मिलाप ना होवे, जितने चिर तक चंगी धरती ना मिल सके, वो चंगा बीज ढंग नाल प्रफुल्लित नहीं होंदा, वधदा नहीं, फुलदा नहीं। आप कहंदे ने मत्था टेकना एक चंगा कर्म है, पर हिरदे दी शुद्धि एक चंगी धरती है। अगर चंगी धरती नहीं तो मत्था टेकना फिजूल है। शीश निवाइए क्या थिए जा हृदय को सुधे जाए। गा रहा है गीत परिपूर्ण परमात्मा दे, हिरदे दी शुद्धि नहीं तो गुरु रामदास जी महाराज दा कहना कोई गावे रागी नादी बेदी बहु भांत कर नहीं हर हर बीजे राम राजे। जिना अंतर कपट विकार है तिना रोए क्या कीजे। तो साहिब श्री गुरु रामदास जी महाराज ने जोर दिता, ऐ बंदे शुभ कर्मां दे नाल नाल शुद्ध हिरदा भी बड़ा लाजमी है। चंगे बीज दे नाल नाल चंगी धरती दा होना बड़ा लाजमी है।
ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ। ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪ੍ਰਮਾਤਮਾ ਨਾਲ ਜੋੜਦੇ ਰਹੇ। ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ, ਸਮੁੱਚੇ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ਼੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼। ਤੇ ਅੰਮ੍ਰਿਤਸਰ ਦੇ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ।